ਅੱਜ ਗੱਲ ਕਰਾਂਗੇ ਸਿੱਖ ਕੌਮ ਦੇ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਬਾਰੇ। ਗੁਰੂ ਗੋਬਿੰਦ ਸਿੰਘ ਜੀ ਤੋਂ ਅੰਮ੍ਰਿਤ ਛਕ ਕੇ 18 ਸਾਲ ਦਾ ਦੀਪਾ ਕਿਵੇਂ ਬਣ ਗਿਆ ਮਹਾਨ ਯੋਧਾ ਬਾਬਾ ਦੀਪ ਸਿੰਘ ਜੀ। 75 ਸਾਲ ਦੀ ਉਮਰ 'ਚ ਜਦ ਲੋਕ ਰਿਟਾਇਰਮੈਂਟ ਲੈ ਲੈਂਦੇ ਨੇ ਤਾਂ ਬਾਬਾ ਦੀਪ ਸਿੰਘ ਜੀ 18 ਸੇਰ ਦਾ ਖੰਡਾ ਚੱਕ ਕੇ ਜੰਗ ਦੇ ਮੈਦਾਨ 'ਚ ਵੈਰੀਆਂ ਦੇ ਗਾਟੇ ਲਾਉਂਦੇ ਫਿਰਦੇ ਸੀਗੇ। ਤਲਵਾਰ ਦੇ ਨਾਲ ਕਲਮ ਤੇ ਗੁਰਮਤ ਦੇ ਇੰਨੇ ਧਨੀ ਕਿ ਆਪਦੇ ਹੱਥੀਂ ਗੁਰੂ ਗ੍ਰੰਥ ਸਾਹਿਬ ਦੀਆਂ 4 ਬੀੜਾਂ ਲਿਖੀਆਂ। ਇੱਕ ਬੀੜ ਗੁਰੂ ਗੋਬਿੰਦ ਸਿੰਘ ਜੀ ਨੇ ਆਪਦੇ ਕੋਲ ਬੈਠ ਕੇ ਬਾਬਾ ਦੀਪ ਸਿੰਘ ਜੀ ਤੋਂ ਲਿਖਵਾਈ ਤੇ ਤਲਵੰਡੀ ਸਾਬੋ ਦੀ ਧਰਤੀ ਤੋਂ ਜਦ ਗੁਰੂ ਗੋਬਿੰਦ ਸਿੰਘ ਜੀ ਨਾਂਦੇੜ ਵੱਲ ਨੂੰ ਗਏ ਤਾਂ ਆਪਣੇ ਨਾਲ ਲੈ ਕੇ ਗਏ। 14 ਘੰਟੇ ਲਗਾਤਾਰ ਬਾਬਾ ਦੀਪ ਸਿੰਘ ਜੀ ਲਿਖਦੇ ਰਹਿੰਦੇ ਸੀ। ਗੁਰੂ ਗੋਬਿੰਦ ਸਿੰਘ ਜੀ ਨਾਲ ਇੰਨਾ ਪਿਆਰ ਹੋਣ ਦੇ ਬਾਵਜੂਦ, ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿਣ ਦੇ ਬਾਵਜੂਦ, ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਉਦੋਂ ਬਾਬਾ ਦੀਪ ਸਿੰਘ ਜੀ ਨਾਲ ਕਿਉਂ ਨਹੀਂ ਸੀਗੇ? ਚਮਕੌਰ ਦੀ ਜੰਗ 'ਚ ਬਾਬਾ ਦੀਪ ਸਿੰਘ ਜੀ ਨੇ ਹਿੱਸਾ ਕਿਉਂ ਨਹੀਂ ਲਿਆ? ਕਿਉਂ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਬਾਬਾ ਦੀਪ ਸਿੰਘ ਜੀ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੱਤਾ? ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਰਹਿਣ ਤੋਂ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ 'ਚ ਅੱਗੇ ਹੋ ਕੇ ਹਿੱਸਾ ਲੈਣ ਵਾਲੇ ਤੇ ਅਹਿਮਦ ਸ਼ਾਹ ਅਬਦਾਲੀ ਤੇ ਨਾਦਰ ਸ਼ਾਹ ਵਰਗਿਆਂ ਨੂੰ ਭਾਜੜਾਂ ਪਾਉਣ ਵਾਲੇ ਬਾਬਾ ਦੀਪ ਸਿੰਘ ਜੀ ਦੀ ਕਿਵੇਂ ਸ਼ਹਾਦਤ ਹੁੰਦੀ ਆ, ਸਾਰਾ ਤੁਹਾਨੂੰ ਅੱਜ ਇਸ ਵੀਡੀਓ 'ਚ ਦੱਸਾਂਗੇ। ਆਪਾਂ ਹੁਣ ਸ਼ੁਰੂ ਤੋਂ ਗੱਲ ਸਟਾਰਟ ਕਰਦੇ ਹਾਂ। ਬਾਬਾ ਦੀਪ ਸਿੰਘ ਜੀ ਦਾ ਜਨਮ ਹੁੰਦਾ ਹੈ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਪਹੂਵਿੰਡ 'ਚ। ਇਹਨਾਂ ਦੇ ਮਾਤਾ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਪਹਿਲਾਂ ਤੋਂ ਸੇਵਕ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਖਾਲਸਾ ਪੰਥ ਸਜਾਇਆ 1699 'ਚ, ਉਦੋਂ 1 ਸਾਲ ਬਾਅਦ 1700 ਈਸਵੀ 'ਚ ਇਹਨਾਂ ਦੇ ਮਾਤਾ ਪਿਤਾ ਹੋਲੇ ਮਹੱਲੇ ਤੇ ਆਨੰਦਪੁਰ ਆਉਂਦੇ ਨੇ। 18 ਸਾਲ ਦਾ ਦੀਪਾ ਇਹਨਾਂ ਦੇ ਘਰ ਦਾ ਨਾਮ ਸੀਗਾ। 18 ਸਾਲ ਦਾ ਦੀਪਾ ਵੀ ਕਹਿੰਦਾ ਹੈ ਕਿ ਮੈਂ ਨਾਲ ਜਾਣਾ ਹੈ। ਪੂਰਾ ਪਰਿਵਾਰ ਜਦੋਂ ਆਨੰਦਪੁਰ ਜਾਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਕੋਲ, ਉੱਥੇ ਕਈ ਮਹੀਨੇ ਰਹਿ ਕੇ ਸੇਵਾ ਕਰਦੇ ਨੇ। ਤਾਂ ਜਦੋਂ ਵਾਪਸ ਆਉਂਦੇ ਨੇ ਇਹਨਾਂ ਦੇ ਮਾਂ-ਪਿਓ, ਤਾਂ ਗੁਰੂ ਗੋਬਿੰਦ ਸਿੰਘ ਜੀ 18 ਸਾਲ ਦੇ ਦੀਪੇ ਨੂੰ ਆਪਣੇ ਕੋਲ ਰੱਖ ਲੈਂਦੇ ਨੇ। ਤਾਂ ਇਹਨਾਂ ਨੂੰ ਗੁਰਮੁਖੀ, ਫਾਰਸੀ ਤੇ ਅਰਬੀ ਭਾਸ਼ਾਵਾਂ ਦਾ ਗਿਆਨ ਦਿੱਤਾ ਜਾਂਦਾ ਹੈ। ਗੁਰਮਤ ਅਤੇ ਧਾਰਮਿਕ ਗ੍ਰੰਥ ਦੀ ਵਿੱਦਿਆ ਦਾ ਗਿਆਨ ਖੁਦ ਭਾਈ ਮਨੀ ਸਿੰਘ ਜੀ ਇਹਨਾਂ ਨੂੰ ਦਿੰਦੇ ਨੇ। ਪੜ੍ਹਾਈ ਦੇ ਨਾਲ ਇਹਨਾਂ ਨੂੰ ਸ਼ਸਤਰ ਵਿੱਦਿਆ 'ਚ ਵੀ ਨਿਪੁੰਨ ਕੀਤਾ ਜਾਂਦਾ ਹੈ। ਘੋੜਸਵਾਰੀ, ਨੇਜਾ ਚਲਾਉਣਾ, ਤੀਰ ਅੰਦਾਜ਼ੀ ਸਾਰਾ ਇਹਨਾਂ ਨੂੰ ਸਿਖਾਇਆ ਜਾਂਦਾ ਹੈ। ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਜੀ ਜਦੋਂ ਸ਼ਿਕਾਰ ਖੇਡਣ ਜਾਂਦੇ ਸੀ ਤਾਂ ਭਾਈ ਦੀਪ ਸਿੰਘ ਜੀ ਉਹਨਾਂ ਦੇ ਨਾਲ ਹੁੰਦੇ ਸੀ। ਹੁਣ ਇੱਕ ਗੱਲ ਇੱਥੇ ਕਾਫੀ ਸੰਗਤ ਦੇ ਦਿਮਾਗ 'ਚ ਆਉਂਦੀ ਆ ਵੀ ਗੁਰੂ ਗੋਬਿੰਦ ਸਿੰਘ ਜੀ ਨਾਲ ਇੰਨਾ ਪਿਆਰ ਸੀ ਬਾਬਾ ਦੀਪ ਸਿੰਘ ਜੀ ਦਾ, ਉਹਨਾਂ ਦੇ ਨਾਲ ਰਹੇ, ਫਿਰ ਜਦੋਂ ਆਨੰਦਪੁਰ ਦਾ ਕਿਲਾ ਛੱਡਿਆ ਗੁਰੂ ਜੀ ਨੇ ਤਾਂ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਿਉਂ ਨਹੀਂ ਆਉਂਦਾ? ਚਮਕੌਰ ਦੀ ਜੰਗ 'ਚ ਜਾਂ ਸਰਸਾ ਨਦੀ ਦੇ ਕਿਨਾਰੇ ਬਾਬਾ ਦੀਪ ਸਿੰਘ ਜੀ ਦਾ ਜ਼ਿਕਰ ਕਿਉਂ ਨਹੀਂ ਆਉਂਦਾ? ਉਹਦਾ ਕਾਰਨ ਇਹ ਆ ਵੀ ਬਾਬਾ ਦੀਪ ਸਿੰਘ ਜੀ ਦਾ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਕੋਲ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਤੋਂ ਆਗਿਆ ਲੈਂਦਾ ਹੈ ਕਿ ਅਸੀਂ ਦੀਪ ਸਿੰਘ ਨੂੰ ਆਪਣੇ ਘਰ ਲੈ ਕੇ ਜਾਣਾ ਹੈ, ਕਿ ਇਹਨਾਂ ਦਾ ਵਿਆਹ ਕਰਨਾ ਹੈ। ਗੁਰੂ ਗੋਬਿੰਦ ਸਿੰਘ ਜੀ ਉੱਥੋਂ ਆਗਿਆ ਦਿੰਦੇ ਨੇ ਤੇ ਇੱਕ ਹੁਕਮ ਦਿੰਦੇ ਨੇ ਕਿ ਭਾਈ ਹੁਣ ਤੁਸੀਂ ਇੱਥੇ ਆਉਣਾ ਨਹੀਂ ਆ, ਤੁਸੀਂ ਉੱਥੇ ਹੀ ਰਹਿ ਕੇ ਸੇਵਾ ਕਰਨੀ ਆ, ਜਦੋਂ ਤੁਹਾਡੀ ਲੋੜ ਹੋਈ ਤੁਹਾਨੂੰ ਬੁਲਾਵਾ ਭੇਜਿਆ ਜਾਊਗਾ। ਉਸ ਤੋਂ ਬਾਅਦ ਸਮਾਂ ਅੱਗੇ ਲੰਘਦਾ ਹੈ, ਟਾਈਮ ਆ ਜਾਂਦਾ ਹੈ ਆਨੰਦਪੁਰ ਦਾ, ਜਦੋਂ ਕਿਲਾ ਛੱਡਿਆ ਜਾਂਦਾ, ਫਿਰ ਸਰਸਾ ਨਦੀ ਤੇ ਪਰਿਵਾਰ ਦਾ ਵਿਛੋੜਾ ਹੁੰਦਾ ਹੈ। ਚਮਕੌਰ ਦੀ ਗੜੀ ਦੀ ਜੰਗ ਹੁੰਦੀ ਆ। ਹੁੰਦੇ ਗੁਰੂ ਸਾਹਿਬ ਪਹੁੰਚਦੇ ਨੇ ਤਲਵੰਡੀ ਸਾਬੋ। ਤਲਵੰਡੀ ਸਾਬੋ ਤੋਂ ਭਾਈ ਦੀਪ ਸਿੰਘ ਜੀ ਨੂੰ ਸੁਨੇਹਾ ਭੇਜਿਆ ਜਾਂਦਾ ਹੈ। ਉੱਥੇ ਕੋਲ ਬੈਠ ਕੇ ਗੁਰੂ ਗੋਬਿੰਦ ਸਿੰਘ ਜੀ ਭਾਈ ਦੀਪ ਸਿੰਘ ਜੀ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਖਾਉਂਦੇ ਨੇ। ਤੇ ਜਦੋਂ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਗੁਰੂ ਸਾਹਿਬ ਦੱਖਣ ਵੱਲ ਨੂੰ ਜਾਂਦੇ ਨੇ ਨਾਂਦੇੜ, ਤਾਂ ਉਹ ਬੀੜ ਆਪਣੇ ਨਾਲ ਲੈ ਜਾਂਦੇ ਨੇ। ਉਸ ਤੋਂ ਬਾਅਦ ਉਹਨਾਂ ਨੂੰ ਹੁਕਮ ਕੀਤਾ ਜਾਂਦਾ ਹੈ ਕਿ ਤੁਸੀਂ ਇੱਕ ਵਾਰ ਆਪਣੇ ਪਰਿਵਾਰ ਨੂੰ ਮਿਲ ਆਓ, ਉਸ ਤੋਂ ਬਾਅਦ ਤੁਸੀਂ ਇਸੇ ਜਗ੍ਹਾ ਤੇ ਰਹਿਣਾ ਹੈ। ਤਾਂ ਬਾਬਾ ਦੀਪ ਸਿੰਘ ਜੀ 30 ਸਾਲ ਤੋਂ ਜ਼ਿਆਦਾ ਤਲਵੰਡੀ ਸਾਬੋ ਦਮਦਮਾ ਸਾਹਿਬ ਰੁਕੇ। ਉੱਥੇ ਉਹਨਾਂ ਨੇ ਇੱਕ ਖੂਹ ਬਣਵਾਇਆ ਜਿਹਨੂੰ ਅੱਜ ਵੀ ਸ਼ਹੀਦਾਂ ਵਾਲਾ ਖੂਹ ਕਹਿੰਦੇ ਨੇ। ਕਹਿੰਦੇ ਨੇ ਕਿ ਬਾਬਾ ਦੀਪ ਸਿੰਘ ਜੀ ਨੇ ਉੱਥੇ 4 ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਆਪਣੇ ਹੱਥੀਂ ਲਿਖੀਆਂ ਤੇ ਤਖਤਾਂ ਤੇ ਭੇਜੀਆਂ, ਜੋ ਅੱਜ ਵੀ ਉੱਥੇ ਪਈਆਂ ਨੇ। ਬਾਬਾ ਦੀਪ ਸਿੰਘ ਜੀ 14 ਘੰਟੇ ਗੁਰੂ ਗ੍ਰੰਥ ਸਾਹਿਬ ਦੀਆਂ ਬੀੜਾਂ ਲਿਖਦੇ ਰਹਿੰਦੇ ਸੀ। ਬਾਬਾ ਦੀਪ ਸਿੰਘ ਜੀ ਕਹਿੰਦੇ 2 ਬਰਤਨ ਰੱਖ ਲੈਂਦੇ ਹੁੰਦੇ ਸੀ ਆਪਣੇ ਕੋਲ, ਇੱਕ 'ਚ ਪਾਣੀ ਹੁੰਦਾ ਸੀ, ਦੂਸਰੇ 'ਚ ਛੋਲਿਆਂ ਦੇ ਦਾਣੇ ਹੁੰਦੇ ਸੀ। ਇੱਕ ਘਟਨਾ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਣਾ। ਜਦੋਂ ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਪਹਿਲੀ ਬੀੜ ਲਿਖਣੀ ਸੀ, ਉਸ ਤੋਂ ਪਹਿਲਾਂ ਉਹਨਾਂ ਨੇ ਕਲਮਾਂ ਘੜ ਕੇ ਨਾ ਇੱਕ ਪੂਰਾ ਕੋਠਾ ਭਰ ਲਿਆ ਸੀਗਾ ਕਲਮਾਂ ਦਾ। ਉਸ ਤੋਂ ਬਾਅਦ ਕੀ ਕਰਦੇ ਸੀ, ਉਹ ਕਲਮ ਨਾਲ ਲਿਖੀ ਜਾਂਦੇ ਸੀ। ਜਦੋਂ ਕਲਮ ਮੂਹਰੋਂ ਮੋਟੀ ਹੋ ਜਾਂਦੀ ਸੀ, ਉਹ ਕਲਮ ਨੂੰ ਉਹ ਸਰੋਵਰ 'ਚ ਧਾਰ ਦਿੰਦੇ ਸੀਗੇ ਤੇ ਨਵੀਂ ਕਲਮ ਚੱਕ ਕੇ ਉਹਦੇ ਨਾਲ ਲਿਖਣਾ ਸਟਾਰਟ ਕਰ ਦਿੰਦੇ ਸੀ। ਉੱਥੇ ਫਿਰ ਇੱਕ ਸਿੱਖ ਆਉਂਦਾ ਹੈ, ਉਹ ਬਾਬਾ ਦੀਪ ਸਿੰਘ ਜੀ ਨੂੰ ਸਵਾਲ ਕਰਦਾ ਹੈ ਕਿ ਬਾਬਾ ਜੀ ਕਲਮ ਤਾਂ ਥੋੜੀ ਜਿਹੀ ਮੋਟੀ ਹੋਈ ਹੁੰਦੀ ਆ, ਵੀ ਤੁਸੀਂ ਚਾਕੂ ਨਾਲ ਜਾਂ ਕਿਸੇ ਛੁਰੀ ਨਾਲ ਉਹਨੂੰ ਛਿੱਲ ਲਿਆ ਕਰੋ, ਵੀ ਨਵੀਂ ਕਲਮ ਕਿਉਂ ਤੁਸੀਂ ਉਹ ਕਰਦੇ ਹੋ? ਤਾਂ ਬਾਬਾ ਦੀਪ ਸਿੰਘ ਜੀ ਫਿਰ ਜਵਾਬ ਕੀ ਦਿੰਦੇ ਨੇ? ਬਾਬਾ ਦੀਪ ਸਿੰਘ ਜੀ ਕਹਿੰਦੇ ਨੇ ਕਿ
ਜਿਹੜੀ ਕਲਮ ਮੇਰੇ ਗੁਰੂ ਦੀ ਬਾਣੀ ਲਿਖਦੀ ਆ ਕਿ ਮੇਰੀ ਐਡੀ ਹਿੰਮਤ ਕਿ ਮੈਂ ਉਹਦੇ ਤੇ ਚਾਕੂ ਜਾਂ ਛੁਰੀ ਚਲਾਵਾਂ। ਸੋਚੋ ਕਿੰਨਾ ਮਾਣ, ਇੱਜ਼ਤ, ਕਿੰਨਾ ਸਨਮਾਨ ਸੀਗਾ ਬਾਣੀ ਲਈ ਉਹਨਾਂ ਦੇ ਦਿਲ 'ਚ। ਤੇ ਫਿਰ ਸਮਾਂ ਅੱਗੇ ਲੰਘਦਾ ਹੈ, ਗੁਰੂ ਗੋਬਿੰਦ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਥਾਪੜਾ ਦੇ ਕੇ ਭੇਜਦੇ ਨੇ ਪੰਜਾਬ, ਤੇ ਨਾਂਦੇੜ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਜਾਂਦੇ ਨੇ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਆਉਂਦੇ ਨੇ ਤਾਂ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਉਮਰ ਇਸ ਵੇਲੇ 38 ਸਾਲ ਦੇ ਨੇੜੇ ਸੀ ਤੇ ਬਾਬਾ ਦੀਪ ਸਿੰਘ ਜੀ ਲਗਭਗ 27 ਸਾਲ ਦੇ ਸੀ। ਕਹਿੰਦੇ ਬਾਬਾ ਦੀਪ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਦੀ ਹਰ ਜੰਗ 'ਚ ਅੱਗੇ ਲੱਗ ਕੇ ਉਹਨਾਂ ਦਾ ਸਾਥ ਦਿੱਤਾ, ਚਾਹੇ ਕਪੂਰੀ ਦੀ ਹੋ ਗਈ ਜੰਗ, ਚਾਹੇ ਮੁਸ਼ਕਾਬਾਦ ਹੋ ਗਿਆ, ਚਾਹੇ ਸਢੌਰਾ ਹੋ ਗਿਆ, ਚਾਹੇ ਸਰਹੰਦ ਨੂੰ ਫਤਿਹ ਕਰਨਾ ਹੋ ਗਿਆ। ਬਾਬਾ ਬੰਦਾ ਸਿੰਘ ਬਹਾਦਰ ਫਿਰ ਸਰਹੰਦ ਨੂੰ ਫਤਿਹ ਕਰਦੇ ਨੇ ਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਜੀਵਨੀ ਤੇ ਅਸੀਂ ਇੱਕ ਅਲੱਗ ਵੀਡੀਓ ਪਾਈ ਹੋਈ ਆ, ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ 'ਚ ਦੇ ਦਾਂਗੇ, ਉਹ ਤੁਸੀਂ ਦੇਖ ਸਕਦੇ ਹੋ। ਤਾਂ ਅਨੰਦਪੁਰ ਦੀ ਧਰਤੀ ਤੇ ਬਾਬਾ ਬੰਦਾ ਸਿੰਘ ਬਹਾਦਰ ਬਾਬਾ ਦੀਪ ਸਿੰਘ ਦੀ ਉਸਤਤ ਕਰਦੇ ਨੇ ਤੇ ਉਹਨਾਂ ਨੂੰ ਜ਼ਿੰਦਾ ਸ਼ਹੀਦ ਦਾ ਖਿਤਾਬ ਦਿੰਦੇ ਨੇ ਤੇ ਇਹਨਾਂ ਦਾ ਜਥਾ ਵੀ ਸ਼ਹੀਦੀ ਜਥਾ ਦੇ ਨਾਮ ਨਾਲ ਹੌਲੀ ਹੌਲੀ ਮਸ਼ਹੂਰ ਹੋ ਜਾਂਦਾ। ਉਸ ਤੋਂ ਬਾਅਦ ਹੁੰਦੀ ਆ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ। ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਸਿੱਖਾਂ ਵਾਸਤੇ ਬਹੁਤ ਮਾੜਾ ਟਾਈਮ ਆਉਂਦਾ ਹੈ। ਫਰਖਸ਼ੀਅਰ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕਰਵਾਇਆ ਸੀਗਾ, ਉਹ ਸਿੱਖਾਂ ਦੇ ਕਤਲੇਆਮ ਦਾ ਹੁਕਮ ਦੇ ਦਿੰਦਾ। ਨਾਲ ਉਹਦੇ ਹੁੰਦੇ ਨੇ ਜ਼ਕਰੀਆ ਖਾਨ, ਜ਼ਈਆ ਖਾਨ, ਕਮਰੂਦੀਨ ਮੀਰਾ ਤੇ ਸ਼ਮੀਰ ਮੰਨੂ ਹੋਣੀ। ਇਹ ਸਾਰੇ ਸਿੱਖਾਂ ਦਾ ਰੱਜ ਕੇ ਕਤਲੇਆਮ ਕਰਦੇ ਨੇ। ਸਿੱਖਾਂ ਨੂੰ ਜਾਨਾਂ ਬਚਾਉਣ ਲਈ ਜਾਣਾ ਪੈਂਦਾ ਹੈ ਜੰਗਲਾਂ 'ਚ ਤੇ ਸਿੱਖ ਆਪਦੇ ਆਪ ਨੂੰ ਮਜ਼ਬੂਤ ਕਰਨ ਲਈ ਆਪਣੇ ਜਥਿਆਂ ਨੂੰ 12 ਮਿਸਲਾਂ 'ਚ ਵੰਡ ਲੈਂਦੇ ਨੇ ਤੇ ਇੱਕ ਮਿਸਲ ਦਾ ਮੁਖੀ ਥਾਪਿਆ ਜਾਂਦਾ ਬਾਬਾ ਦੀਪ ਸਿੰਘ ਜੀ ਨੂੰ। ਹੁਣ ਮੁਗਲ ਤਾਂ ਸੀਗੇ ਹੀ ਸਿੱਖਾਂ ਦੇ ਵੈਰੀ, ਇਹਦੇ ਨਾਲ ਨਾਲ ਅਫਗਾਨੀ ਹਮਲਾਵਰ ਸੀਗੇ ਜਿਹੜੇ ਨਾਦਰ ਸ਼ਾਹ ਤੇ ਅਬਦਾਲੀ ਵਰਗੇ, ਉਹ ਭਾਰਤ ਤੇ ਹਮਲੇ ਕਰਦੇ ਸੀ। ਅਬਦਾਲੀ ਕੀ ਕਰਦਾ ਸੀ, ਭਾਰਤ ਤੇ ਹਮਲਾ ਕਰਨ ਤੋਂ ਬਾਅਦ ਹਿੰਦੂ ਬੀਬੀਆਂ ਨੂੰ ਚੱਕ ਕੇ ਲੈ ਜਾਂਦਾ ਸੀ। ਸਿੱਖ ਕੀ ਕਰਦੇ ਸੀ, ਅਬਦਾਲੀ ਤੇ ਹਮਲਾ ਕਰਦੇ ਸੀ ਤੇ ਹਿੰਦੂ ਬੀਬੀਆਂ ਨੂੰ ਛੁਡਾ ਲੈਂਦੇ ਸੀ। ਤਾਂ ਅਬਦਾਲੀ ਨੂੰ ਆ ਜਾਂਦਾ ਗੁੱਸਾ ਤੇ ਅਬਦਾਲੀ ਸਿੱਖਾਂ ਦੇ ਮਗਰ ਹੱਥ ਧੋ ਕੇ ਪੈ ਜਾਂਦਾ। ਅਬਦਾਲੀ ਆਪਦੇ ਮੁੰਡੇ ਤੈਮੂਰ ਤੇ ਜਹਾਨ ਖਾਨ ਦੀ ਡਿਊਟੀ ਲਾਉਂਦਾ, ਲਾਹੌਰ ਤੋਂ ਉਹਨਾਂ ਨੂੰ ਭੇਜਦਾ ਅੰਮ੍ਰਿਤਸਰ ਕਿ ਆ ਸਿੱਖਾਂ ਦਾ ਕੁਛ ਕਰੋ। ਫਿਰ ਇਹ ਆਪਸ 'ਚ ਰਾਏ ਕਰਦੇ ਨੇ ਵੀ ਆਪਾਂ ਸਿੱਖਾਂ ਨੂੰ ਡਾਊਨ ਕਿਵੇਂ ਕਰੀਏ, ਸਿੱਖਾਂ ਨੂੰ ਖਤਮ ਕਿਵੇਂ ਕਰੀਏ। ਇਹ ਕਹਿੰਦੇ ਵੀ ਸਿੱਖਾਂ ਨੂੰ ਅਸੀਂ ਮਾਰ-ਮਾਰ ਥੱਕ ਗਏ, ਇਹ ਫੇਰ ਖੜੇ ਹੋ ਜਾਂਦੇ ਨੇ। ਫਿਰ ਇਹ ਹਰਮੰਦਰ ਸਾਹਿਬ ਦੇ ਸਰੋਵਰ ਨੂੰ ਚੁਣਦੇ ਨੇ ਵੀ ਆਹ ਹੈ ਇਹਨਾਂ ਦੀ ਸ਼ਕਤੀ ਦਾ ਸੋਮਾ, ਇੱਥੋਂ ਮਿਲਦੀ ਹੈ ਇਹਨਾਂ ਨੂੰ ਸ਼ਕਤੀ। ਫਿਰ ਇਹ ਕੀ ਕਰਦੇ ਨੇ, ਹਰਮੰਦਰ ਸਾਹਿਬ ਦੇ ਸਰੋਵਰ ਨੂੰ ਗੰਦਮੰਦ ਤੇ ਜਾਨਵਰਾਂ ਦੀਆਂ ਹੱਡੀਆਂ ਨਾਲ ਭਰ ਦਿੰਦੇ ਨੇ। ਫਿਰ ਇੱਕ ਨਿਹੰਗ ਸਿੰਘ ਹਰਮੰਦਰ ਸਾਹਿਬ ਦੇ ਸਰੋਵਰ ਦੀ ਬੇਅਦਬੀ ਦੀ ਖਬਰ ਲੈ ਕੇ ਪਹੁੰਚਦਾ ਹੈ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਬਾਬਾ ਦੀਪ ਸਿੰਘ ਜੀ ਕੋਲ। ਬਾਬਾ ਦੀਪ ਸਿੰਘ ਜੀ ਹੁਣ ਬਿਰਧ ਹੋ ਚੁੱਕੇ ਨੇ, ਉਮਰ ਹੋ ਚੁੱਕੀ ਆ ਬਾਬਾ ਜੀ ਦੀ 75 ਸਾਲ। ਬਾਬਾ ਦੀਪ ਸਿੰਘ ਜੀ ਉਹੀ ਆਪਣੀ ਡਿਊਟੀ ਨਿਭਾ ਰਹੇ ਨੇ ਜੋ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੀ ਲਾ ਕੇ ਗਏ ਨੇ। ਹਰਮੰਦਰ ਸਾਹਿਬ ਦੀ ਬੇਅਦਬੀ ਦੀ ਖਬਰ ਸੁਣ ਕੇ ਬਾਬਾ ਦੀਪ ਸਿੰਘ ਦੀਆਂ ਅੱਖਾਂ 'ਚ ਕਹਿੰਦੇ ਖੂਨ ਉਤਰ ਆਉਂਦਾ ਹੈ। ਉਹ ਕਲਮ ਆਪਦੀ ਰੱਖਦੇ ਨੇ ਇੱਕ ਸਾਈਡ ਤੇ 18 ਸ਼ੇਰ ਦਾ ਖੰਡਾ ਚੱਕ ਲੈਂਦੇ ਨੇ। ਹੁਣ 75 ਸਾਲ ਦੀ ਉਮਰ ਹੈ ਇਹਨਾਂ ਦੀ ਤੇ 18 ਸ਼ੇਰ ਦਾ ਖੰਡਾ ਹੁੰਦਾ ਸੀ ਇਹਨਾਂ ਕੋਲ। 18 ਸ਼ੇਰ ਦਾ ਖੰਡਾ ਜੇ ਕਿਸੇ ਜਵਾਨ ਬੰਦੇ ਨੂੰ ਵੀ ਫੜਾ ਦਈਏ ਨਾ, 5 ਮਿੰਟ ਤੋਂ ਬਾਅਦ ਚੱਕ ਨਹੀਂ ਸਕਦਾ ਉਹ। ਤੇ ਬਾਬਾ ਦੀਪ ਸਿੰਘ ਜੀ ਘੰਟਿਆਂ ਵਧੀ ਉਹ ਖੰਡਾ ਚੱਕ ਕੇ ਲੜਦੇ ਰਹਿੰਦੇ ਸੀ। ਤਲਵੰਡੀ ਸਾਬੋ ਦੀ ਧਰਤੀ ਤੋਂ ਬਾਬਾ ਦੀਪ ਸਿੰਘ ਜੀ 5 ਸਿੰਘਾਂ ਨੂੰ ਲੈ ਕੇ ਅੰਮ੍ਰਿਤਸਰ ਵੱਲ ਨੂੰ ਰਵਾਨਾ ਹੋ ਜਾਂਦੇ ਨੇ। ਮਾਲਵੇ ਦੇ ਪਿੰਡਾਂ ਵਿੱਚ ਦੀ ਲੰਘਦੇ ਹੋਏ ਬਾਬਾ ਦੀਪ ਸਿੰਘ ਜੀ ਨਾਲ ਸੰਗਤਾਂ ਜੁੜਦੀਆਂ ਜਾਂਦੀਆਂ ਨੇ ਤੇ ਮਾਝੇ ਤੱਕ ਪਹੁੰਚਦੇ ਪਹੁੰਚਦੇ ਕਹਿੰਦੇ ਬਾਬਾ ਜੀ ਨਾਲ 5000 ਦੀ ਸੰਗਤ ਇਕੱਠੀ ਹੋ ਗਈ ਸੀ ਤੇ 5000 ਲੋਕ ਹੋਰ ਆ ਕੇ ਜੁੜ ਗਏ। ਪਿੰਡਾਂ 'ਚ ਜਾ ਜਾ ਕੇ ਜਦੋਂ ਇਹਨਾਂ ਨੇ ਹੋਕੇ ਦਿੱਤੇ ਤਾਂ ਲੋਕ ਇਕੱਠੇ ਹੁੰਦੇ ਗਏ ਤੇ 10,000 ਦੀ ਸੰਗਤ ਲੈ ਕੇ ਬਾਬਾ ਜੀ ਪਹੁੰਚ ਗਏ ਤਰਨਤਾਰਨ। ਤਾਂ ਤਰਨਤਾਰਨ ਦੀ ਧਰਤੀ ਤੇ ਬਾਬਾ ਦੀਪ ਸਿੰਘ ਜੀ ਨੇ ਆਪਦੇ ਖੰਡੇ ਨਾਲ ਇੱਕ ਲਕੀਰ ਖਿੱਚੀ। ਕਹਿੰਦੇ ਹੁਣ ਵੀ ਸਮਾਂ ਹੈ, ਜਿਹਨੇ ਮੁੜਨਾ ਹੈ ਉਹ ਵਾਪਸ ਮੁੜ ਸਕਦਾ ਹੈ। ਇਹ ਲਕੀਰ ਉਹੀ ਟੱਪਿਓ ਜਿਹੜਾ ਆਪਦੀ ਜਾਨ ਕੁਰਬਾਨ ਕਰਨ ਲਈ ਤਿਆਰ ਹੈ। ਕਹਿੰਦੇ 1 ਸਕਿੰਟ ਨਹੀਂ ਲੱਗਣ ਦਿੱਤਾ, ਸਾਰੇ ਦੇ ਸਾਰੇ ਸਿੱਖ ਜੈਕਾਰੇ ਲਾਉਂਦੇ ਉਹ ਲਕੀਰ ਟੱਪ ਗਏ। ਤਾਂ ਇਹ ਖਬਰ ਫਿਰ ਪਹੁੰਚਦੀ ਆ ਤੈਮੂਰ ਤੇ ਜਹਾਨ ਖਾਨ ਕੋਲ। ਉਹ ਆਪਦੀ 30,000 ਦੀ ਫੌਜ ਇਹਨਾਂ ਵੱਲ ਨੂੰ ਭੇਜ ਦਿੰਦੇ ਨੇ ਤੇ ਜਿਹਾਦੀ ਝੰਡੇ ਦਾ ਨਾਰਾ ਲਾਉਂਦੇ ਨੇ ਤੇ ਪਿੰਡੋ ਪਿੰਡੀ ਜਾ ਕੇ ਕਹਿੰਦੇ ਨੇ ਕਿ ਜਿਹੜੇ ਵੀ ਮੁਸਲਮਾਨ ਕੋਲ ਕੋਈ ਘੋੜਾ ਹੈ ਜਾਂ ਤਲਵਾਰ ਹੈ ਉਹ ਸਾਡੇ ਨਾਲ ਜੰਗ ਦੇ ਮੈਦਾਨ 'ਚ ਆਓ। ਤੇ ਗੋਲਵੜ ਦੇ ਇਲਾਕੇ ਕੋਲ ਆ ਕੇ ਦੋਨੋਂ ਫੌਜਾਂ ਦਾ ਆਮੋ ਸਾਹਮਣਾ ਹੋ ਜਾਂਦਾ ਹੈ। ਹਰਮੰਦਰ ਸਾਹਿਬ ਦੀ ਬੇਅਦਬੀ ਦੀ ਸਿੱਖਾਂ ਨੂੰ ਇਹੋ ਜਿਹੀ ਸੱਟ ਲੱਗੀ ਸੀ, ਕਹਿੰਦੇ ਸਿੱਖ ਇਸ ਤਰੀਕੇ ਨਾਲ ਲੜੇ ਕਿ ਅਫਗਾਨਾਂ ਨੂੰ ਭਾਜੜਾਂ ਪਾਤੀਆਂ। ਅਫਗਾਨੀ ਫੌਜ ਭੱਜਣ ਲੱਗ ਗਈ ਤਾਂ ਜਹਾਨ ਖਾਨ ਨੇ ਕਹਿੰਦੇ ਆਪਦੇ ਹੀ 4 ਸਿਪਾਹੀਆਂ ਦੇ ਗਲ ਲਾਤੇ ਸੀ ਤਲਵਾਰ ਨਾਲ
ਵੀ ਤੁਸੀਂ ਖੜੋ ਮੈਦਾਨ 'ਚ, ਤੁਸੀਂ ਭੱਜ ਕਿਉਂ ਰਹੇ ਹੋ, ਜੇ ਤੁਸੀਂ ਭੱਜੋਗੇ ਤਾਂ ਤੁਹਾਨੂੰ ਮੈਂ ਮਾਰੂ। ਫਿਰ ਮੁਹੰਮਦ ਮੀਰ ਖਾਨ ਸੀਗਾ ਇੱਕ ਅਫਗਾਨਾਂ ਦੀ ਫੌਜ ਦਾ ਤਕੜਾ ਜਰਨੈਲ, ਕਹਿੰਦੇ ਉਹ ਹਾਥੀ ਤੇ ਚੜਿਆ ਹੋਇਆ ਹੈ ਤੇ ਤੀਰਾਂ ਨਾਲ ਸਿੱਖਾਂ ਨੂੰ ਸ਼ਹੀਦ ਕਰੀ ਜਾ ਰਿਹਾ ਹੈ। ਉਹ ਕੀ ਕਰਦਾ ਹੈ, ਹਾਥੀ ਤੇ ਬੈਠਾ ਬੈਠਾ ਇੱਕ ਬਰਛਾ ਮਾਰਦਾ ਹੈ ਬਗਮਾ। ਤਾਂ ਸਰਦਾਰ ਦਿਆਲ ਸਿੰਘ ਸੀਗੇ ਸਿੱਖਾਂ ਦੀ ਫੌਜ 'ਚ, ਉਹ ਕਿਰਪਾਨ ਨਾਲ ਹੀ ਕਹਿੰਦੇ ਬਰਛੇ ਦੇ 2 ਟੁਕੜੇ ਕਰ ਦਿੰਦੇ ਨੇ ਹਵਾ 'ਚ ਹੀ। ਫਿਰ ਕੀ ਕਰਦੇ ਨੇ, ਉਹ ਤੀਰ ਮਾਰਦੇ ਨੇ, ਤੀਰ ਜਾ ਕੇ ਸਿੱਧਾ ਲੱਗਦਾ ਹੈ ਮੁਹੰਮਦ ਮੀਰ ਖਾਨ ਦੇ ਤੇ ਹਾਥੀ ਤੋਂ ਥੱਲੇ ਡਿੱਗਦਾ ਹੈ। ਏਦਾਂ ਹੀ ਸਿੱਖਾਂ ਨੇ ਅਫਗਾਨਾਂ ਦੇ ਵੱਡੇ ਵੱਡੇ ਜਰਨੈਲਾਂ ਨੂੰ ਮਿੱਟੀ 'ਚ ਮਿਲਾ ਦਿੱਤਾ। ਸਿੱਖ ਉਹ ਜੰਗ 'ਚ ਕਿੰਨੀ ਬਹਾਦਰੀ ਨਾਲ ਲੜੇ, ਇਸ ਗੱਲ ਦਾ ਜ਼ਿਕਰ ਇੱਕ ਮੁਸਲਮਾਨ ਆਪਣੀ ਕਿਤਾਬ ਤਹਿਮਾਸ ਖਾਨੇ 'ਚ ਕਰਦਾ ਹੈ। ਉਹ ਕਹਿੰਦਾ ਹੈ ਕਿ ਅਸੀਂ ਜੰਗ ਲਗਭਗ ਹਾਰ ਚੁੱਕੇ ਸੀ, ਸਾਡੀਆਂ ਫੌਜਾਂ ਭੱਜਣ ਦੀ ਤਿਆਰੀ 'ਚ ਸੀਗੀ, ਤੇ ਫਿਰ ਇੱਕ ਅਫਗਾਨ ਹਤਾਈ ਖਾਨ ਫੌਜ ਦੀ ਨਵੀਂ ਟੁਕੜੀ ਲੈ ਕੇ ਉੱਥੇ ਪਹੁੰਚ ਜਾਂਦਾ ਹੈ। ਤਾਂ ਅਫਗਾਨੀ ਫੌਜਾਂ ਉੱਥੇ ਰੁਕ ਜਾਂਦੀਆਂ ਨੇ। ਹੁਣ ਅਫਗਾਨਾਂ ਕੋਲ ਇੱਕ ਨਵੀਂ ਫੌਜ ਆ ਗਈ ਆ ਤੇ ਸਿੱਖ ਇਸ ਟਾਈਮ ਲੜ ਲੜ ਕੇ ਥੱਕ ਚੁੱਕੇ ਨੇ। ਇਸ ਟਾਈਮ ਤੇ ਫਿਰ ਅਫਗਾਨ ਭਾਰੇ ਪੈ ਜਾਂਦੇ ਨੇ ਤੇ ਸਿੱਖਾਂ ਨੂੰ ਸ਼ਹੀਦ ਕਰਨ ਲੱਗ ਜਾਂਦੇ ਨੇ। ਤੇ ਇੱਕ ਅਫਗਾਨਾਂ ਦਾ ਜਰਨੈਲ, ਉਹਦਾ ਨਾਮ ਹੈਗਾ ਜਮਾਲ ਖਾਨ, ਉਹਦਾ ਆਮੋ ਸਾਹਮਣਾ ਹੋ ਜਾਂਦਾ ਹੈ ਬਾਬਾ ਦੀਪ ਸਿੰਘ ਨਾਲ। ਹੁਣ ਤੁਸੀਂ ਇੱਥੇ ਸੋਚ ਕੇ ਦੇਖੋ, 35-36 ਸਾਲ ਦਾ ਇੱਕ ਅਫਗਾਨ ਜਰਨੈਲ ਤੇ ਇੱਕ ਪਾਸੇ 75 ਸਾਲ ਦਾ ਇੱਕ ਬਜ਼ੁਰਗ ਬਾਬਾ ਦੀਪ ਸਿੰਘ, ਉਹਨਾਂ ਦੋਨਾਂ 'ਚ ਬਹੁਤ ਤਕੜੀ ਜੰਗ ਹੁੰਦੀ ਆ। ਹੁਣ ਕਹਿੰਦੇ ਇੱਥੇ ਇੱਕ ਇਕੱਠਾ ਵਾਰ ਇਸ ਤਰੀਕੇ ਦਾ ਹੁੰਦਾ ਹੈ ਕਿ ਦੋਨਾਂ ਦੇ ਸਿਰ ਧੜ ਤੋਂ ਅਲੱਗ ਹੋ ਜਾਂਦੇ ਨੇ। ਹੁਣ ਇੱਥੇ ਸਿੱਖ ਇਤਿਹਾਸਕਾਰਾਂ ਨੇ 2 ਤਰ੍ਹਾਂ ਦੇ ਵਿਚਾਰ ਰੱਖੇ ਆ। ਇੱਕ ਦਾ ਵਿਚਾਰ ਇਹ ਆ ਕਿ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਅਲੱਗ ਹੋ ਕੇ ਜ਼ਮੀਨ ਤੇ ਡਿੱਗ ਗਿਆ ਸੀ ਤੇ ਉਹਨਾਂ ਨੇ ਖੱਬੇ ਹੱਥ ਦੀ ਤਲੀ ਤੇ ਆਪਣਾ ਸੀਸ ਰੱਖਿਆ ਤੇ ਸੱਜੇ ਹੱਥ 'ਚ ਖੰਡੇ ਨਾਲ ਵੈਰੀਆਂ ਦੇ ਆਹੂ ਲਾਉਂਦੇ ਹੋਏ ਉਹ ਹਰਮੰਦਰ ਸਾਹਿਬ ਜਾ ਕੇ ਆਪਣਾ ਸੀਸ ਅਰਪਣ ਕਰਦੇ ਨੇ। ਦੂਜਾ ਵਿਚਾਰ ਇਹ ਆ ਕਿ ਬਹੁਤ ਵੱਡਾ ਕੱਟ ਬਾਬਾ ਦੀਪ ਸਿੰਘ ਜੀ ਦੀ ਗਰਦਨ ਤੇ ਲੱਗਦਾ ਹੈ ਤੇ ਬਾਬਾ ਦੀਪ ਸਿੰਘ ਜੀ ਖੱਬੇ ਹੱਥ ਨਾਲ ਗਰਦਨ ਨੂੰ ਫੜਦੇ ਨੇ ਤੇ ਸੱਜੇ ਹੱਥ ਨਾਲ ਖੰਡੇ ਨਾਲ ਲੜਦੇ ਹੋਏ ਦਰਬਾਰ ਸਾਹਿਬ ਪਹੁੰਚਦੇ ਨੇ ਤੇ ਪਰਿਕਰਮਾ 'ਚ ਜਾ ਕੇ ਆਪਣਾ ਪ੍ਰਣ ਪੂਰਾ ਕਰਦੇ ਨੇ ਤੇ ਆਪਣਾ ਸੀਸ ਗੁਰੂ ਮਹਾਰਾਜ ਦੇ ਚਰਨਾਂ 'ਚ ਰੱਖ ਕੇ ਸ਼ਹਾਦਤ ਦਾ ਜਾਮ ਪੀ ਜਾਂਦੇ ਨੇ। ਹੁਣ ਇਹ ਚੀਜ਼ ਬਹਿਸ ਦਾ ਮੁੱਦਾ ਨਹੀਂ ਹੋਣੀ ਚਾਹੀਦੀ ਕਿ ਉਹਨਾਂ ਦਾ ਸੀਸ ਕੱਟਿਆ ਗਿਆ ਸੀ ਜਾਂ ਨਹੀਂ ਕੱਟਿਆ ਗਿਆ ਸੀ। ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਸਿੱਖ ਕੌਮ 'ਚ ਬਹੁਤ ਵੱਡੀ ਸ਼ਹਾਦਤ ਆ ਤੇ ਇਹ ਗੁਰੂ ਗੋਬਿੰਦ ਸਿੰਘ ਜੀ ਦੀ ਦੂਰ ਅੰਦੇਸ਼ੀ ਸੋਚ ਸੀ। ਹੁਣ ਆਪਾਂ ਗੱਲ ਕਰ ਰਹੇ ਸੀ ਨਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਆਨੰਦਪੁਰ ਦਾ ਕਿਲ੍ਹਾ ਛੱਡਿਆ ਤਾਂ ਬਾਬਾ ਦੀਪ ਸਿੰਘ ਜੀ ਨਾਲ ਕਿਉਂ ਨਹੀਂ ਸੀਗੇ। ਬਾਬਾ ਦੀਪ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਭੇਜ ਦਿੱਤਾ ਸੀ ਉਹਨਾਂ ਦੇ ਪਿੰਡ। ਜੇ ਬਾਬਾ ਦੀਪ ਸਿੰਘ ਜੀ ਉੱਥੇ ਹੁੰਦੇ ਤਾਂ ਹੋ ਸਕਦਾ ਬਾਬਾ ਦੀਪ ਸਿੰਘ ਜੀ ਸਰਸਾ ਨਦੀ ਤੇ ਸ਼ਹੀਦ ਹੋ ਜਾਂਦੇ ਜਾਂ ਚਮਕੌਰ ਦੀ ਗੜੀ 'ਚ ਸ਼ਹੀਦ ਹੋ ਜਾਂਦੇ। ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਪਤਾ ਸੀਗਾ ਕਿ ਬਾਬਾ ਦੀਪ ਸਿੰਘ ਵਰਗੇ ਜਰਨੈਲਾਂ ਦੀ ਲੋੜ ਅੱਗੇ ਜਾ ਕੇ ਪੈਣੀ ਆ। ਇਸ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀਆਂ ਜੰਗਾਂ 'ਚ ਬਾਬਾ ਦੀਪ ਸਿੰਘ ਜੀ ਨੇ ਅੱਗੇ ਹੋ ਕੇ ਲੜੇ ਤੇ ਖਾਲਸਾ ਰਾਜ ਦੀ ਸਿਰਜਣਾ ਹੋਈ। ਤੇ 18ਵੀਂ ਸਦੀ 'ਚ ਜਦੋਂ ਸਿੱਖਾਂ ਤੇ ਅਨੇਕਾਂ ਜ਼ੁਲਮ ਹੋਏ ਤਾਂ ਬਾਬਾ ਦੀਪ ਸਿੰਘ ਜੀ ਹੋਰਾਂ ਨੇ ਅੱਗੇ ਲੱਗ ਕੇ ਸਿੱਖਾਂ ਨੂੰ ਜੰਗਲਾਂ 'ਚੋਂ ਕੱਢ ਕੇ ਰਾਜੇ ਬਣਾਇਆ। ਤੇ ਜਦੋਂ ਅਬਦਾਲੀ ਵਰਗਿਆਂ ਨੇ ਹਰਮੰਦਰ ਸਾਹਿਬ ਦੀ ਬੇਅਦਬੀ ਕੀਤੀ ਤਾਂ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਦੇ ਕੇ ਹਰਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖੀ। ਹਰਮੰਦਰ ਸਾਹਿਬ ਦੀ ਪਰਿਕਰਮਾ 'ਚ ਜਿਸ ਜਗ੍ਹਾ ਤੇ ਬਾਬਾ ਦੀਪ ਸਿੰਘ ਜੀ ਦੀ ਸ਼ਹਾਦਤ ਹੁੰਦੀ ਆ, ਉੱਥੇ ਗੁਰਦੁਆਰਾ ਸਾਹਿਬ ਬਾਬਾ ਜੀ ਦੀ ਯਾਦ 'ਚ ਸੁਸ਼ੋਭਿਤ ਕੀਤਾ ਗਿਆ ਹੈ। ਤੇ ਮੰਜੀ ਸਾਹਿਬ ਦੇ ਨੇੜੇ ਇੱਕ ਨਿਸ਼ਾਨ ਸਾਹਿਬ ਝੁਲਾਇਆ ਹੋਇਆ ਹੈ, ਜਿਸ ਦੇ ਥੜੇ ਉੱਪਰ ਬਾਕੀ ਜੋ ਸਿੰਘ ਸ਼ਹੀਦ ਹੋਏ ਸੀ ਉਹਨਾਂ ਦੇ ਨਾਮ ਲਿਖੇ ਗਏ ਨੇ। ਬਾਬਾ ਦੀਪ ਸਿੰਘ ਜੀ ਤੇ ਬਾਕੀ ਸਿੰਘਾਂ ਦੀ ਸ਼ਹਾਦਤ ਸਿੱਖ ਕੌਮ 'ਚ ਬਹੁਤ ਵੱਡੀ ਜਗ੍ਹਾ ਰੱਖਦੀ ਆ ਤੇ ਸਾਡਾ ਹਮੇਸ਼ਾ ਉਹਨਾਂ ਦੀ ਸ਼ਹਾਦਤ ਅੱਗੇ ਸਿਰ ਝੁਕਦਾ ਹੈ। ਸਾਡੀ ਇੱਕ ਬੇਨਤੀ ਆ ਕਿ ਸਾਡੀਆਂ ਵੀਡੀਓਜ਼ ਆਪਣੇ ਬੱਚਿਆਂ ਨੂੰ ਜ਼ਰੂਰ ਦਿਖਾਇਆ ਕਰੋ। ਸਭ ਧਰਮਾਂ ਦਾ ਆਦਰ ਕਰੋ ਤੇ ਸਭ ਰਲ ਮਿਲ ਕੇ ਭਾਈਚਾਰੇ ਨਾਲ ਰਹੋ। ਸਾਨੂੰ ਸਪੋਰਟ ਕਰਨ ਲਈ ਸਾਡੇ ਪੇਜ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਤੇ ਸਾਨੂੰ ਤੁਸੀਂ ਇਹ ਵੀ ਦੱਸ ਸਕਦੇ ਹੋ ਕਿ ਤੁਸੀਂ ਕਿਹੜੇ ਪਿੰਡ ਸ਼ਹਿਰ 'ਚ ਬੈਠ ਕੇ ਸਾਡੀ ਵੀਡੀਓ ਦੇਖ ਰਹੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।